ਜਾਣਕਾਰੀ ਕਿ ਸੂਬੇ ਟੈਕਸਸ ਵਿੱਚ ਬ੍ਰਾਇਨ ਸ਼ਹਿਰ ਵਿੱਚ ਕੈਬਨਿਟ ਬਣਾਉਣ ਵਾਲੀ ਕੰਪਨੀ ਵਿੱਚ ਹੋਈ ਗੋਲੀਬਾਰੀ ਦੇ ਦੌਰਾਨ ਘੱਟੋ-ਘੱਟ 6 ਵਿਅਕਤੀਆਂ ਦੀ ਗੋਲੀ ਲੱਗੀ। ਇਸ ਦੇ ਨਾਲ ਹੀ ਹਮਲੇ ਦੇ ਸ਼ੱਕੀ ਵਿਅਕਤੀ ਨੂੰ ਫੜਨ ਦੇ ਦੌਰਾਨ ਵਿਭਾਗ ਦੇ ਪਬਲਿਕ ਸੇਫਟੀ ਆਫੀਸਰ ਨੂੰ ਵੀ ਗੋਲੀ ਲੱਗੀ। ਬ੍ਰਾਇਨ ਪੁਲਿਸ ਵਿਭਾਗ ਦੇ ਮੁਖੀ ਨੇ ਦੱਸਿਆ ਕਿ ਕੇਂਟ ਮੂਰ ਕੈਬਨਿਟ ਕੰਪਨੀ ਵਿੱਚ ਹੋਈ ਗੋਲੀਬਾਰੀ ਵਿੱਚ 4 ਲੋਕ ਗੰਭੀਰ ਜ਼ਖਮੀ ਹੋਏ, ਜਿਨ੍ਹਾਂ ਨੂੰ ਸੇਂਟ ਜੋਸਫ ਖੇਤਰੀ ਹਸਪਤਾਲ ਲਿਜਾਇਆ ਗਿਆ। ਇੱਕ ਹੋਰ ਵਿਅਕਤੀ ਨੂੰ ਗੋਲੀ ਲੱਗਣ ਕਾਰਨ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ। ਇਸ ਦੇ ਇਲਾਵਾ ਗੋਲੀਬਾਰੀ ਦੇ ਪੀੜਤ ਇੱਕ ਵਿਅਕਤੀ ਨੂੰ ਘਟਨਾ ਵਾਲੀ ਥਾਂ ਤੇ ਮ੍ਰਿਤਕ ਐਲਾਨ ਕੀਤਾ ਗਿਆ। ਇਸ ਗੋਲੀਬਾਰੀ ਦੇ ਸੰਬੰਧ ਵਿੱਚ ਪੁਲਿਸ ਨੇ ਟੈਕਸਸ ਦੇ ਆਇਓਲਾ ਨਾਲ ਸੰਬੰਧਿਤ 27 ਸਾਲਾ ਲੈਰੀ ਬੋਲਿਨ ਨੂੰ ਗ੍ਰਿਫਤਾਰ ਕੀਤਾ ਅਤੇ ਉਸ ਉੱਤੇ ਕਤਲ ਦਾ ਇਲਜ਼ਾਮ ਲਗਾਇਆ। ਜੇਲ੍ਹ ਦੇ ਰਿਕਾਰਡ ਅਨੁਸਾਰ ਉਸ ਨੂੰ $10 ਲੱਖ ਦੇ ਬਿਆਨ ਤੇ ਰੱਖਿਆ ਗਿਆ ਤੇ ਇਹ ਦੋਸ਼ੀ ਵਿਅਕਤੀ ਬੋਲਿਨ ਕੇਂਟ ਮੂਰ ਕੈਬਨਿਟਸ ਦਾ ਹੀ ਇੱਕ ਕਰਮਚਾਰੀ ਹੈ। ਪੁਲਿਸ ਅਨੁਸਾਰ ਹਮਲਾਵਰ ਘਟਨਾ ਵਾਲੀ ਥਾਂ ਤੋਂ ਭੱਜ ਗਿਆ ਸੀ, ਜਿਸ ਨੂੰ ਬਾਅਦ ਵਿੱਚ ਗ੍ਰਿਮਸ ਕਾਉਂਟੀ ਵਿੱਚੋਂ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇਸ ਘਟਨਾ ਨਾਲ ਸੰਬੰਧਿਤ ਇੱਕ ਹੋਰ ਵਿਅਕਤੀ ਨੂੰ ਦਮੇ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਕੰਪਨੀ ਦੇ ਕਰਮਚਾਰੀਆਂ ਨੇ ਦੱਸਿਆ ਕਿ ਸ਼ੱਕੀ ਵਿਅਕਤੀ ਨੇ ਵੱਡੇ ਗੋਦਾਮ ਵਿੱਚ ਗੋਲੀਬਾਰੀ ਕਰਨ ਤੋਂ ਪਹਿਲਾਂ ਕੁਝ ਨਹੀਂ ਕਿਹਾ। ਇਸ ਘਟਨਾ ਸੰਬੰਧੀ ਟੈਕਸਸ ਦੇ ਗਵਰਨਰ ਗੈਰਗ ਐਬੋਟ ਅਨੁਸਾਰ ਗੋਲੀਬਾਰੀ ਦੀ ਜਾਂਚ ਲਈ ਟੈਕਸਸ ਦੇ ਜਨਤਕ ਸੁਰੱਖਿਆ ਵਿਭਾਗ ਅਤੇ ਟੈਕਸਸ ਰੇਂਜਰਸ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। At about 2:30 this afternoon, Bryan police received a call to Kent Moore Cabinets of an active shooter. Officers responded to the scene and arrived in a fairly short period of time. However, the shooter had gone by the time officers got here. They did, however, discover some people hurt that had been shot. Initially, 4 people were transported to St. Joe Hospital in critical condition with gunshot injuries. One other person was transported with no injuries, apparently it was an asthma attack, and one person was deceased at the scene. Right now, this is a joint effort between multiple agencies. College Station PD's here, Bryan Fire's here, and many more that I'm missing here responded to assist working this scene. As you can imagine, it's very complex because you have a whole number of workers at the warehouse. And so we're sorting through all that and interviewing witnesses and talking to people that know what happened. Chief, can you provide information about a suspect or suspects at this point? It's a little bit early for that, but we believe there may be a suspect in custody, but we're still working on that. And that's working with DPS, who I should have mentioned was helping out obviously today also. We really don't know the motive. We're still investigating that. I believe that the suspect was an employee of Kent Moore, I believe. ਅਮਰੀਕੀ ਦਵਾਈ ਕੰਪਨੀ ਫਾਈਜ਼ਰ ਅਤੇ ਉਸ ਦੇ ਨਾਲ ਦੁਨੀਆ ਦੀ ਪਹਿਲੀ ਕਰੋਨਾ ਵੈਕਸੀਨ ਬਣਾਉਣ ਵਾਲੀ ਉਸ ਦੀ ਸਹਿਯੋਗੀ ਕੰਪਨੀ ਬਾਇਓਟੈਕ ਨੇ ਅਮਰੀਕਾ ਵਿੱਚ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਨੂੰ ਕਰੋਨਾ ਦੀ ਵੈਕਸੀਨ ਲਗਾਉਣ ਦੀ ਆਗਿਆ ਮੰਗੀ ਹੈ। ਕੰਪਨੀ ਦਾ ਕਹਿਣਾ ਹੈ ਕਿ ਜੇਕਰ ਉਹਨਾਂ ਨੂੰ ਆਗਿਆ ਮਿਲਦੀ ਹੈ ਤਾਂ ਇਹ ਹਰਡ ਇਮਿਊਨਿਟੀ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅਗਲਾ ਮਹੱਤਵਪੂਰਨ ਕਦਮ ਹੋ ਸਕਦਾ ਹੈ। ਇਸ ਨਾਲ ਉਹਨਾਂ ਮਾਪਿਆਂ ਨੂੰ ਰਾਹਤ ਮਿਲੇਗੀ ਜੋ ਨੌਕਰੀ ਤੇ ਰਹਿੰਦੇ ਹੋਏ ਕਰੋਨਾ ਦੇ ਡਰ ਕਾਰਨ ਆਪਣੇ ਬੱਚਿਆਂ ਨੂੰ ਘਰ ਤੇ ਪੜ੍ਹਾਉਣ ਦੀ ਮੰਗ ਕਰ ਰਹੇ ਹਨ। ਦੋਵੇਂ ਕੰਪਨੀਆਂ ਨੇ ਸਾਂਝਾ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਦੇਸ਼ਾਂ ਤੋਂ ਵੀ ਇਸ ਦੀ ਮੰਗ ਕਰ ਸਕਦੇ ਨੇ। ਕੰਪਨੀ ਨੇ ਕਿਹਾ ਕਿ ਉਸ ਦੀ ਵੈਕਸੀਨ ਦਾ 12 ਤੋਂ 15 ਸਾਲ ਦੇ ਬੱਚਿਆਂ ਤੇ ਕੀਤਾ ਗਿਆ ਤੀਜੇ ਪੜਾਅ ਦਾ ਪ੍ਰੀਖਣ ਸਫਲ ਰਿਹਾ, ਜਿਸ ਵਿੱਚ ਸਾਹਮਣੇ ਆਇਆ ਕਿ ਇਹ ਵੈਕਸੀਨ 12 ਤੋਂ 15 ਸਾਲ ਦੇ ਬੱਚਿਆਂ ਨੂੰ ਕਰੋਨਾ ਤੋਂ ਬਚਾਉਣ ਦੇ ਸਮਰੱਥ ਹੈ ਅਤੇ ਪ੍ਰੀਖਣ ਦੇ ਨਤੀਜੇ ਆਉਣ ਤੋਂ ਬਾਅਦ ਹੀ ਕੰਪਨੀ ਨੇ ਅਮਰੀਕੀ ਖੁਰਾਕ ਅਤੇ ਔਸ਼ਧੀ ਪ੍ਰਸ਼ਾਸਨ ਨੂੰ ਇਹ ਅਪੀਲ ਕੀਤੀ। ਮਾਰਚ ਦੇ ਅੰਤ ਵਿੱਚ ਕੰਪਨੀ ਨੇ 2260 ਜਾਣਿਆਂ ਤੇ ਕੀਤੇ ਪ੍ਰੀਖਣ ਦਾ ਨਤੀਜਾ ਜਾਰੀ ਪ੍ਰਕਾਸ਼ਿਤ ਕੀਤਾ ਸੀ, ਜਿਸ ਵਿੱਚ ਵੈਕਸੀਨ ਤੋਂ ਬਾਅਦ ਮਜ਼ਬੂਤ ਐਂਟੀਬਾਡੀ ਬਣਨ ਦੇ ਸਬੂਤ ਮਿਲੇ ਸਨ। ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ ਦੂਜੀ ਦੇ ਪਤੀ ਅਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦਾ 99 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਦੇਹਾਂਤ ਦੇ ਦੇਸ਼ ਵਿੱਚ 8 ਦਿਨ ਦੇ ਰਾਸ਼ਟਰੀ ਸੋਗ ਦੀ ਘੋਸ਼ਣਾ ਕੀਤੀ ਗਈ ਹੈ। ਡਿਊਕ ਆਫ ਐਡਿਨਬਰਗ ਦਾ ਅੰਤਿਮ ਸੰਸਕਾਰ ਅਗਲੇ ਸ਼ਨੀਵਾਰ ਨੂੰ ਹੋਵੇਗਾ। ਉਦੋਂ ਤੱਕ ਸਾਰੀਆਂ ਸਰਕਾਰੀ ਇਮਾਰਤਾਂ ਤੇ ਝੰਡਾ ਝੁਕਿਆ ਰਹੇਗਾ। ਅਜਿਹਾ ਕਿਹਾ ਜਾਂਦਾ ਹੈ ਕਿ ਪ੍ਰਿੰਸ ਫਿਲਿਪ ਮਹਾਰਾਣੀ ਦੀ ਮਾਂ ਦੀ ਤਰ੍ਹਾਂ ਵੱਡੇ ਪੱਧਰ ਦੀ ਬਜਾਏ ਰਸਮੀ ਸ਼ਾਹੀ ਅੰਤਿਮ ਸੰਸਕਾਰ ਦੀ ਇੱਛਾ ਰੱਖਦੇ ਸਨ, ਪਰ ਇਸ ਤੇ ਕਰੋਨਾ ਮਹਾਮਾਰੀ ਦਾ ਪ੍ਰਭਾਵ ਪੈ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲਾ ਹੋਵੇਗਾ ਉਸ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਭੀੜ ਨੂੰ ਇਕੱਠਾ ਨਾ ਹੋਣ ਦਿੱਤਾ ਜਾਵੇ। ਅੰਤਿਮ ਸੰਸਕਾਰ ਵਿੱਚ 30 ਤੋਂ ਜ਼ਿਆਦਾ ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਏਗਾ। ਇਸ ਦੇ ਨਾਲ ਹੀ ਪ੍ਰਿੰਸ ਦੇ ਜੀਵਨ ਤੇ ਹਰ 1 ਸਾਲ ਦੀ ਯਾਦ ਵਿੱਚ ਵੈਸਟਮਿਨਿਸਟਰ ਏਬੇ ਦੀ ਘੰਟੀ ਨੂੰ ਦੇਹਾਂਤ ਦੇ ਬਾਅਦ ਤੋਂ 6 ਵਜੇ ਦੇ ਬਾਅਦ 60 ਸੈਕਿੰਡ ਦੇ ਬਾਅਦ 99 ਵਾਰ ਵਜਾਇਆ ਜਾ ਰਿਹਾ ਹੈ। ਬ੍ਰਿਟੇਨ ਦੇ ਬਕਿੰਗਮ ਪੈਲੇਸ ਨੇ ਦੱਸਿਆ ਕਿ ਪ੍ਰਿੰਸ ਫਿਲਿਪ ਨੇ ਵਿੰਸਰ ਕੈਸਲ ਦੇ ਵਿੱਚ ਸ਼ੁੱਕਰਵਾਰ ਨੂੰ ਆਖਰੀ ਸਾਹ ਲਿਆ ਸੀ। ਪ੍ਰਿੰਸ ਦਾ ਤਾਬੂਤ ਸੇਂਟ ਜੋਰਜ ਚੈਪਲ ਵਿੱਚ ਉਹਨਾਂ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਵਿੰਸਰ ਕੈਸਲ ਵਿੱਚ ਹੀ ਰਹੇਗਾ।
ਸਕਾਟਲੈਂਡ ਵਿੱਚ ਹੁਣ ਬਿਜਲੀ ਲਾਈਨਾਂ ਤੇ ਟਰਾਂਸਮਿਸ਼ਨ ਦੀ ਨਿਗਰਾਨੀ ਉੱਪਰ ਹੁੰਦੇ ਖਰਚਿਆਂ ਨੂੰ ਘੱਟ ਕਰਨ ਲਈ ਡਰੋਨਸ ਦੀ ਵਰਤੋਂ ਕੀਤੀ ਜਾਵੇਗੀ। ਇਸ ਮਕਸਦ ਨੂੰ ਪੂਰਾ ਕਰਨ ਲਈ ਸਕਾਟਿਸ਼ ਡਰੋਨ ਕੰਪਨੀ ਨੂੰ ਇਲੈਕਟ੍ਰੋਨਿਕ ਨੈਟਵਰਕ ਦੀ ਨਿਗਰਾਨੀ ਦੀ ਲਾਗਤ ਘਟਾਉਣ ਵਿੱਚ ਮਦਦ ਕਰਨ ਲਈ ਸ਼ਾਮਲ ਕੀਤਾ ਗਿਆ। ਐਡਿਨਬਰਾ ਆਧਾਰਿਤ ਸਾਈਬਰਹਾਕ ਨੇ ਸਕਾਟਿਸ਼ ਪਾਵਰ ਦੇ 2400 ਟਾਵਰਜ਼ ਅਤੇ ਬਿਜਲੀ ਸੰਚਾਰਨ ਢਾਂਚਿਆਂ ਵਿੱਚ ਡਰੋਨ ਆਧਾਰਿਤ ਨਿਰੀਖਣ ਸੇਵਾਵਾਂ ਪ੍ਰਦਾਨ ਕਰਨ ਦਾ ਠੇਕਾ ਲਿਆ। ਬਿਜਲੀ ਕੰਪਨੀ ਐਸਪੀ ਐਨਰਜੀ ਨੈਟਵਰਕ ਆਰਾਮ ਨਾਲ ਇਹ ਸਮਝੌਤਾ ਸੈਂਟਰਲ ਸਕਾਟਲੈਂਡ, ਨਾਰਥ ਵੇਲਜ਼ ਅਤੇ ਉੱਤਰੀ ਇੰਗਲੈਂਡ ਵਿੱਚ ਬੁਨਿਆਦੀ ਢਾਂਚੇ ਨੂੰ ਕਵਰ ਕਰਦਾ ਹੈ ਜੋ ਲੱਖਾਂ ਲੋਕਾਂ ਨੂੰ ਬਿਜਲੀ ਦੀ ਸਪਲਾਈ ਕਰਦਾ ਹੈ। ਸਾਈਬਰਹਾਕ ਦੇ ਅਨੁਸਾਰ ਡਰੋਨ ਆਧਾਰਿਤ ਨਿਰੀਖਣ ਸੇਵਾਵਾਂ ਦੀ ਵਰਤੋਂ ਸਕਾਟਿਸ਼ ਪਾਵਰ ਨੂੰ ਬਿਜਲੀ ਨੈਟਵਰਕ ਦੇ ਪ੍ਰਬੰਧਨ ਵਿੱਚ ਚੁਣੌਤੀਆਂ ਨਾਲ ਨਜਿੱਠਣ ਵਿੱਚ ਸਹਾਇਤਾ ਕਰੇਗੀ। ਇਸ ਤੋਂ ਇਲਾਵਾ ਇਸ ਨਾਲ ਬਿਜਲੀ ਜਾਂਚਾਂ ਦੇ ਲਈ ਹੈਲੀਕਾਪਟਰਸ ਦੀ ਵਰਤੋਂ ਵੀ ਘਟੇਗੀ। ਇਹ ਇਕਰਾਰਨਾਮਾ ਸਾਈਬਰਹਾਕ ਦੀਆਂ ਡਰੋਨ ਸੇਵਾਵਾਂ ਦੀ ਵਰਤੋਂ ਦੀ ਸਫਲ ਅਜ਼ਮਾਇਸ਼ ਤੋਂ ਬਾਅਦ ਆਇਆ ਜੋ ਐਸਪੀ ਐਨਰਜੀ ਨੈਟਵਰਕ ਨੇ ਪਿਛਲੇ ਸਾਲ ਚਲਾਈ ਸੀ। ਇਟਲੀ ਸਰਕਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਖਤ ਰਵੱਈਆ ਅਪਣਾ ਰਹੀ ਹੈ ਕਿਉਂਕਿ ਇਟਲੀ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਟਲੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਯੂਰਪੀਅਨ ਯੂਨੀਅਨ ਦੇ ਦੂਜੇ ਹਿੱਸਿਆਂ ਤੋਂ ਇਟਲੀ ਆਉਣ ਵਾਲੇ ਲੋਕਾਂ ਨੂੰ ਅਪ੍ਰੈਲ ਮਹੀਨੇ ਦੌਰਾਨ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਸਿਹਤ ਮੰਤਰਾਲੇ ਅਨੁਸਾਰ ਯੂਰਪੀਅਨ ਯੂਨੀਅਨ ਜਾਂ ਸ਼ੈਂਗਨ ਜ਼ੋਨ ਦੇ ਦੇਸ਼ਾਂ ਦੇ ਯਾਤਰੀਆਂ ਦੇ ਲਈ ਇਕਾਂਤਵਾਸ ਜ਼ਰੂਰੀ ਕਰ ਦਿੱਤਾ ਗਿਆ। ਇਸ ਤਹਿਤ ਯਾਤਰੀ ਨੂੰ 5 ਦਿਨਾਂ ਦੇ ਲਈ ਇਕਾਂਤਵਾਸ ਵਿੱਚ ਰਹਿਣਾ ਪਵੇਗਾ। ਇਹ ਨਿਯਮ 30 ਅਪ੍ਰੈਲ ਤੱਕ ਲਾਗੂ ਰਹਿਣਗੇ। ਸਿਹਤ ਮੰਤਰਾਲੇ ਵੱਲੋਂ ਇਹ ਨਿਯਮ ਪੇਸ਼ ਕੀਤੇ ਗਏ ਸਨ ਜਿਨ੍ਹਾਂ ਦੀ ਮਿਆਦ ਨੂੰ ਵਧਾ ਕਿ 30 ਅਪ੍ਰੈਲ 2021 ਤੱਕ ਲਾਗੂ ਕਰ ਦਿੱਤਾ ਗਿਆ। ਯੂਰਪੀ ਸੰਘ ਜਾਂ ਸ਼ੇਂਗਨ ਜ਼ੋਨ ਦੇ ਕਿਸੇ ਵੀ ਦੇਸ਼ ਦੇ ਮੈਂਬਰ ਨੂੰ ਇਟਲੀ ਪਹੁੰਚਣ ਤੋਂ ਪਹਿਲਾਂ ਕੋਰੋਨਾ ਵਾਇਰਸ ਲਈ 48 ਘੰਟਿਆਂ ਤੋਂ ਵੱਧ ਸਮੇਂ ਲਈ ਨੈਗੇਟਿਵ ਟੈਸਟ ਕਰਨ ਦੀ ਜ਼ਰੂਰਤ ਹੋਵੇਗੀ ਅਤੇ ਫਿਰ 5 ਦਿਨ ਵੱਖਰੇ ਤੌਰ ਤੇ ਰਹਿਣ ਤੋਂ ਬਾਅਦ ਉਹਨਾਂ ਨੂੰ ਇੱਕ ਹੋਰ ਟੈਸਟ ਕਰਵਾਉਣਾ ਲਾਜ਼ਮੀ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਯੂਰਪੀ ਸੰਘ ਦੇ ਯਾਤਰੀਆਂ ਨੂੰ ਸਿਰਫ ਇਟਲੀ ਆਉਣ ਤੋਂ ਪਹਿਲਾਂ ਨੈਗੇਟਿਵ ਟੈਸਟ ਦੀ ਜ਼ਰੂਰਤ ਹੁੰਦੀ ਸੀ, ਪਰ ਈਸਟਰ ਤਿਉਹਾਰ ਦੇ ਹਫ਼ਤੇ ਤੋਂ ਸਰਕਾਰ ਵੱਲੋਂ ਇਟਲੀ ਵਿੱਚ ਕੋਵਿਡ-19 ਦੇ ਵੱਧ ਰਹੇ ਕੇਸਾਂ ਦੇ ਚੱਲਦਿਆਂ ਨਿਯਮਾਂ ਵਿੱਚ ਤਬਦੀਲੀ ਕੀਤੀ ਗਈ ਸੀ ਤੇ ਇਹ ਨਿਯਮ ਸਿਰਫ ਯੂਰਪੀ ਯੂਨੀਅਨ ਜਾਂ ਸ਼ੈਂਗਨ ਜ਼ੋਨ ਦੇ ਯਾਤਰੀਆਂ ਲਈ ਹੀ ਲਾਗੂ ਸਨ। ਤੇ ਕੋਰੋਨਾ ਵਾਇਰਸ ਟੀਕਿਆਂ ਦੀ ਨਿਰਪੱਖ ਵੰਡ ਲਈ ਸ਼ੁਰੂ ਕੀਤੇ ਗਏ ਸੰਯੁਕਤ ਰਾਸ਼ਟਰ ਸਮਰਪਿਤ ਪ੍ਰੋਗਰਾਮ ਕੋਵੈਕਸ ਨੂੰ ਮਿਲਣ ਵਾਲੇ ਟੀਕਿਆਂ ਦੀ ਸਪਲਾਈ ਰੁਕਣ ਕਾਰਨ ਦੁਨੀਆ ਦੇ ਕੁਝ ਸਭ ਤੋਂ ਗਰੀਬ ਦੇਸ਼ਾਂ ਸਮੇਤ ਘੱਟੋ-ਘੱਟ 60 ਦੇਸ਼ਾਂ ਵਿੱਚ ਟੀਕਾਕਰਨ ਪ੍ਰਭਾਵਿਤ ਹੋ ਸਕਦਾ ਹੈ। ਦਿਨ ਦੇ ਆਧਾਰ ਤੇ ਕੀਤੇ ਗਏ ਯੂਨੀਸੈਫ ਦੇ ਅੰਕੜਿਆਂ ਦੇ ਮੁਤਾਬਿਕ ਪਿਛਲੇ 2 ਹਫ਼ਤਿਆਂ ਵਿੱਚ 92 ਵਿਕਾਸਸ਼ੀਲ ਦੇਸ਼ਾਂ ਵਿੱਚ ਸਪਲਾਈ ਕਰਨ ਦੇ ਲਈ 20 ਲੱਖ ਤੋਂ ਘੱਟ ਕੋਵੈਕਸ ਖੁਰਾਕਾਂ ਨੂੰ ਮਨਜ਼ੂਰੀ ਦਿੱਤੀ ਗਈ, ਜਦੋਂ ਕਿ ਸਿਰਫ ਬ੍ਰਿਟੇਨ ਵਿੱਚ ਇੰਨੀ ਹੀ ਖੁਰਾਕ ਦੀ ਸਪਲਾਈ ਕੀਤੀ ਗਈ। ਵਿਸ਼ਵ ਸਿਹਤ ਸੰਗਠਨ WHO ਦੇ ਜਨਰਲ ਡਾਇਰੈਕਟਰ ਟੈਡਰੋਸ ਐਡਨੋਮ ਗੈਬ੍ਰੀਏਸਸ ਨੇ ਟੀਕਿਆਂ ਦੀ ਗਲੋਬਲ ਵੰਡ ਵਿੱਚ ਹੈਰਾਨ ਕਰਨ ਵਾਲੇ ਅਸੰਤੁਲਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਅਮੀਰ ਦੇਸ਼ਾਂ ਵਿੱਚ ਔਸਤਨ 4 ਵਿੱਚੋਂ 1 ਵਿਅਕਤੀ ਨੂੰ ਕੋਵਿਡ-19 ਟੀਕਾ ਲਗਾਇਆ ਜਾ ਚੁੱਕਿਆ, ਜਦੋਂ ਕਿ ਘੱਟੋ-ਘੱਟ ਆਮਦਨ ਵਾਲੇ ਦੇਸ਼ਾਂ ਵਿੱਚ 500 ਲੋਕਾਂ ਵਿੱਚੋਂ ਔਸਤਨ ਸਿਰਫ 1 ਵਿਅਕਤੀ ਨੂੰ ਹੀ ਟੀਕਾ ਲਗਾਇਆ ਗਿਆ। ਭਾਰਤ ਨੇ ਵੱਡੀ ਗਿਣਤੀ ਵਿੱਚ ਐਸਟਰਾਜੈਨੇਕਾ ਟੀਕਿਆਂ ਦਾ ਉਤਪਾਦਨ ਕਰਨ ਵਾਲੇ ਸੀਰਮ ਇੰਸਟੀਚਿਊਟ ਵਿੱਚ ਬਣੇ ਟੀਕਿਆਂ ਦੇ ਨਿਰਯਾਤ ਨੂੰ ਫਿਲਹਾਲ ਰੋਕਣ ਦਾ ਫੈਸਲਾ ਕੀਤਾ ਹੈ, ਜੋ ਗਲੋਬਲ ਪੱਧਰ ਤੇ ਟੀਕਿਆਂ ਦੀ ਘਾਟ ਦਾ ਮੁੱਖ ਕਾਰਨ ਹਨ। More than 700 million vaccine doses have been administered globally, but over 87% have gone to high-income or upper-middle-income countries, while low-income countries have received just 0.2%.